चलिए परदेस प्रोग्राम 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਔਰੋਰਾ ਇਲੂਮਿਨ ਇੰਟਰਨੈਸ਼ਨਲ ਸਕੂਲ ਆਫ ਇੰਗਲਿਸ਼ ਲੈਂਗੁਏਜ ਆਪੋਜ਼ਿਟ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਮਾਡਲ ਟਾਊਨ ਲੁਧਿਆਣਾ। ਇੱਥੇ ਬੱਚਿਆਂ ਨੂੰ ਆਇਲਸ ਪੀਟੀਈ ਔਰ ਜਨਰਲ ਇੰਗਲਿਸ਼ ਦੀ ਕੋਚਿੰਗ ਦਿੱਤੀ ਜਾਂਦੀ ਹੈ। ਗਾਰੰਟੀਡ ਰਿਜ਼ਲਟਸ, ਐਕਸਕਲੂਸਿਵ ਲਰਨਿੰਗ ਕਲਾਸਿਸ। ਇੱਥੇ ਕੋਚਿੰਗ ਦੇਣ ਲਈ ਛੋਟੇ ਬੈਚਸ ਦੇ ਵਿੱਚ ਕਲਾਸਿਸ ਲਿੱਤੀਆਂ ਜਾਂਦੀਆਂ ਨੇ ਤਾਂ ਕਿ ਬੱਚਿਆਂ ਨੂੰ ਜ਼ਿਆਦਾ ਅਟੈਂਸ਼ਨ ਦਿੱਤੀ ਜਾ ਸਕੇ। ਸੋ ਅਗਰ ਤੁਸੀਂ ਵੀ ਬਾਹਰ ਜਾਣ ਦੇ ਇੱਛੁਕ ਹੋ ਤਾਂ ਔਰੋਰਾ ਇਲੂਮਿਨ ਇੰਟਰਨੈਸ਼ਨਲ ਸਕੂਲ ਆਫ ਇੰਗਲਿਸ਼ ਲੈਂਗੁਏਜਸ ਨਾਲ ਜ਼ਰੂਰ ਸੰਪਰਕ ਕਰੋ। ਇਸ ਇੰਸਟੀਚਿਊਟ ਨੂੰ ਦੋ ਸਿਸਟਰਸ ਬਹੁਤ ਸਮਾਰਟਲੀ ਰਨ ਕਰ ਰਹੀਆਂ ਨੇ, ਮਨੀਸ਼ਾ ਅਰੋੜਾ ਤੇ ਗੁਨੀਸ਼ਾ ਅਰੋੜਾ। ਸਾਡੀ ਟੀਮ ਨੇ ਉਹਨਾਂ ਦੇ ਮਦਰ ਨਾਲ ਵੀ ਗੱਲਬਾਤ ਕੀਤੀ। ਆਓ ਚੱਲਦੇ ਹਾਂ ਔਰੋਰਾ ਇਲੂਮਿਨ ਇੰਟਰਨੈਸ਼ਨਲ ਸਕੂਲ ਆਫ ਇੰਗਲਿਸ਼ ਲੈਂਗੁਏਜ। ਮੈਡਮ ਤੁਸੀਂ ਇੱਕ ਐਸੀ ਚੇਨ ਦੇ ਪਾਰਟ ਐਂਡ ਪਾਰਸਲ ਹੋ ਜਿਹੜੀ 4 ਸਾਲ ਤੋਂ ਸੇਵਾ ਕਰ ਰਹੀ ਹੈਗੀ ਆ ਔਰ ਸੈਂਕੜਾਂ ਦੀ ਗਿਣਤੀ 'ਚ ਜਿਹੜੇ ਬੱਚੇ ਹੈਗੇ ਆ ਵਧੀਆ ਬੈਂਡ ਲੈ ਕੇ ਬਾਹਰ ਵੀ ਜਾ ਚੁੱਕੇ ਨੇ ਔਰ ਇੱਧਰ ਵੀ ਕੋਈ ਆਪਣੀ ਇੰਸਟੀਟਿਊਸ਼ਨ ਖੋਲ੍ਹ ਰਿਹਾ, ਕੋਈ ਕਿੱਦਾਂ ਮਤਲਬ ਜੋ ਇਹਨਾਂ ਦੀ ਮੋਟੀਵੇਸ਼ਨ ਹੈ ਉਹਦੇ ਨਾਲ ਸੇਵਾਵਾਂ ਜਿਹੜੀਆਂ ਹੋ ਰਹੀਆਂ, ਤੁਸੀਂ ਇੱਥੇ ਟੀਚਿੰਗ ਦੇ ਰਹੇ ਹੋ, ਕੀ ਕਹਿਣਾ ਚਾਹੋਗੇ? ਮੈਂ ਤੇ ਆਹੀ ਕਹਿਣਾ ਚਾਹਾਂਗੀ ਕਿ ਮੈਨੂੰ ਵੈਸੇ ਵੀ ਐਗਜ਼ੈਕਟਲੀ ਮੇਰੇ ਖੁਦ ਦੇ ਬੈਂਡਸ ਇੱਥੋਂ ਹੀ ਆਏ ਹੋਏ ਨੇ। ਅਰਲੀਅਰ ਆਈ ਹੈਡ ਆਲਸੋ ਗੋਨ ਥਰੂ ਡਿਫਰੈਂਟ ਕਾਈਂਡਸ ਆਫ ਇੰਸਟੀਟਿਊਟਸ ਓਵਰ ਹੇਅਰ ਬਟ ਆਈ ਡਿਡਨਟ ਗੋਟ ਮਾਈ ਬੈਂਡਸ especially in writing section. So all of a sudden I had done my training in writing, that was for 1.5 months, and I had given my exam and even I had scored like overall 9 bands. So therefore after that I was given an opportunity to teach over here, so why not to give all these knowledge to other students as it has been given to me. So I'm very thankful to the teachers as because unki wajah se aaj mere bands bhi aaye hain and now I wanted to give all the knowledge to other children also. ਤੁਸੀਂ ਸੋਚਦੇ ਹੋ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਸੀਗੀਆਂ ਆਪਣੇ ਟਨਿਓਰ ਦੇ ਵਿੱਚ ਕਿ ਮੈਡਮ ਨੇ ਇਦੋਂ ਵੀ ਜ਼ਿਆਦਾ ਵਧੀਆ ਹੋ ਸਕਦਾ ਸੀਗਾ, ਉਹ ਹੁਣ ਫਿਰ ਤੁਸੀਂ ਉਹ ਵੀ ਨਾਲ ਅਟੈਚ ਮਤਲਬ ਇਹਨਾਂ ਲਈ ਤਾਂ ਲੈਂਗੁਏਜ ਜਿਹੜੀ ਹੈਗਾ ਹੈ ਹੀ ਉਹਦੇ ਨਾਲ ਹੋਰ ਮਤਲਬ ਜਿਹੜਾ ਤੁਹਾਡਾ ਮਾਈਂਡ ਸੈਟਅਪ ਸੀ ਉਹ ਵੀ ਚੱਲ ਰਿਹਾ? ਹਾਂਜੀ, ਉਹਦੇ ਨਾਲ ਮੇਰੀ ਕਾਫੀ ਇਨਹੈਂਸਮੈਂਟ ਵੀ ਹੋਈ ਹੈ। ਇਨਫੈਕਟ ਮੈਨੂੰ ਤਾਂ ਇੱਦਾਂ ਲੱਗਦਾ ਹੈ ਕਿ ਅਗਰ ਮੈਂ ਦੁਬਾਰਾ ਦਾਂਗੀ ਤਾਂ ਆਈ ਥਿੰਕ ਆਈ ਵਿਲ ਬੀ ਰੀਚਿੰਗ ਟੂਵਰਡਸ ਦੀ CLB 10 ਸੋ ਡੈਫੀਨੇਟਲੀ ਕਾਫੀ ਨੌਲੇਜ ਵੀ ਗੇਨ ਹੋ ਰਹੀ ਹੈ ਐਂਡ ਮੇਰਾ ਵੀ ਲੈਵਲ ਇਹਨਾਂ ਵਾਂਗੂ ਹੁੰਦਾ ਜਾ ਰਿਹਾ ਹੈ। ਸੋ ਜਿੰਨੀ ਹੱਦ ਤੱਕ ਹੋ ਸਕੇ ਆਈ ਵਿਲ ਬੀ ਹੈਲਪਿੰਗ ਦੈਮ ਇਨ ਆਲ ਦੀ ਐਫਰਟਸ ਆਈ ਕੈਨ। ਔਰ ਜਿਸ ਤਰ੍ਹਾਂ ਦਾ ਕ੍ਰੀਏਟਿਵ ਮਾਈਂਡ ਹੈ ਤੁਹਾਡੇ ਬੱਚਿਆਂ ਦਾ, ਕਿਉਂਕਿ ਇਹ ਲੁਧਿਆਣੇ ਦੀ ਕਰੀਮ ਹੈ ਔਰ ਇਹਨਾਂ ਦਾ ਵੀ ਜਿਹੜਾ ਜਿਸ ਤਰੀਕੇ ਨਾਲ ਇਹ ਲੋਕ ਪਹਿਲਾਂ ਹੀ ਇਹਨਾਂ ਨੂੰ ਗੂਗਲ ਦੀ ਗੱਲ ਕਰ ਲਈਏ, ਯੂਟਿਊਬ ਦੀ ਗੱਲ ਕਰ ਲਈਏ, ਇੰਸਟਾ ਦੀ ਗੱਲ ਕਰ ਲਈਏ ਤਾਂ ਬੜੀ ਇਹਨਾਂ ਨੂੰ ਨੌਲੇਜ ਹੁੰਦੀ ਆ। ਸੋਚ ਰਹੇ ਹੋ ਕਿ ਤੁਹਾਨੂੰ ਵੀ ਇਹ ਨਾਲ ਪੜ੍ਹਾ ਰਹੇ ਨੇ? ਹਾਂਜੀ, ਇਹ ਵੀ ਲੱਗ ਰਿਹਾ ਹੈ ਕਿ ਸਾਨੂੰ ਵੀ ਇਹਦੇ ਨਾਲ ਹੀ ਪੜ੍ਹਾ ਰਹੇ ਨੇ। ਐਕਚੁਅਲੀ ਥਿੰਗ ਇਜ਼ ਦੈਟ ਸਾਡੀ ਕੁਆਲਿਟੀ ਹੈ ਇੱਥੇ ਇੰਸਟੀਟਿਊਟ ਦੇ ਵਿੱਚ ਰੈਦਰ ਦੈਨ ਅਦਰ ਇੰਸਟੀਟਿਊਟਸ ਇਨ ਲੁਧਿਆਣਾ। they don't provide the proper knowledge, ਮਤਲਬ ਪੂਰਾ ਡਿਸਕਸ਼ਨ ਐਂਡ ਆਲ ਨਹੀਂ ਹੁੰਦਾ ਕਿਉਂਕਿ ਮੈਂ ਖੁਦ ਕਾਫੀ ਟਰਾਈ ਕੀਤੇ ਹੋਏ ਸੀਗੇ ਬਟ ਓਵਰ ਹੇਅਰ ਦ ਪ੍ਰੋਪਰ 5 ਆਵਰ ਸਾਡੀ ਕਲਾਸ ਹੁੰਦੀ ਹੈ ਜਿਹਦੇ 'ਚ ਸਾਡਾ ਕਿ ਪੂਰਾ ਡਿਸਕਸ਼ਨ ਕੀਤਾ ਜਾਂਦਾ ਅਬਾਊਟ ਦ ਲਿਸਨਿੰਗ, ਦ ਰੀਡਿੰਗ ਐਂਡ ਦ ਸਪੀਕਿੰਗ ਸੈਸ਼ਨ ਆਲਸੋ। ਸੋ ਆਫ ਕੋਰਸ ਇੰਸਟਾਗ੍ਰਾਮ ਵਗੈਰਾ ਸਭ ਲੋਕ ਚਲਾਉਂਦੇ ਹੀ ਨੇ ਐਂਡ ਉਹਦਾ ਹੁੰਦਾ ਹੀ ਐਨਹਾਂਸਮੈਂਟ, ਇਵਨ ਵੀ ਆਲਸੋ use that the same. Thank you. I'm feeling excellent at this institute. I've been to 2-3 institutes in Ludhiana. I think this is the best institute in the town as the teachers are really good in knowledge and they are imparting their best of their knowledge to the students and they are really cooperative and friendly in nature. But as far as security is concerned, ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਕੈਮਰਾਸ ਲੱਗੇ ਨੇ ਔਰ ਸਭ ਤੋਂ ਵੱਡਾ ਕੈਮਰਾ ਦਾ ਮਦਰ ਜਿਹੜੇ ਤੁਹਾਡੇ ਟੀਚਰਸ ਆ ਉਹਨਾਂ ਦੇ ਮਾਤਾ ਜੀ ਜਿਹੜੇ ਹੈਗੇ ਆ ਉਹ ਬੜੇ ਸਟ੍ਰਿਕਟ ਨੇ ਇਸ ਗੱਲਾਂ ਦੇ ਵਿੱਚ ਔਰ ਪੇਰੈਂਟਸ ਨੂੰ ਬੜਾ ਵਧੀਆ ਲੱਗਦਾ। ਪੇਰੈਂਟਸ ਨੂੰ ਇਹ ਲੱਗਦਾ ਕਿ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਭੇਜਤਾ ਤੇ ਅਸੀਂ ਟੈਨਸ਼ਨ ਫ੍ਰੀ ਹੈ, ਸਾਨੂੰ ਕੋਈ ਟੈਨਸ਼ਨ ਨਹੀਂ ਹੈ, ਸਾਡੇ ਬੱਚਿਆਂ ਦਾ ਜਿਹੜਾ ਪਜਲਿੰਗ ਸਿਚੁਏਸ਼ਨ ਆ ਸਾਡੀ ਨਹੀਂ ਹੈ, ਉਹ ਇਹਨਾਂ ਦੀ ਹੈ, ਟੀਚਰਾਂ ਦੀ ਹੈਗੀ ਔਰ ਇਸ ਸਟਾਫ ਦੀ ਹੈਗੀ ਹੈ। ਕੀ ਕਹਿਣਾ ਚਾਹੋਗੇ? ਸਾਨੂੰ ਇਸ ਇੰਸਟੀਟਿਊਟ 'ਤੇ ਬਹੁਤ ਵਧੀਆ ਫੀਲ ਹੁੰਦਾ ਵਾ ਐਜ਼ ਕੰਪੇਅਰ ਟੂ ਅਦਰਸ ਜਿਹੜੇ ਮਤਲਬ ਉੱਥੇ ਇੰਨੀਆਂ ਫੈਸਿਲਿਟੀਜ਼ ਨਹੀਂ ਹੈਗੀਆਂ ਨਾਲੇ ਸਟੱਡੀਜ਼ ਵੀ ਬਹੁਤ ਫਰਕ ਇਹਦੇ ਨਾਲੋਂ ਅਤੇ ਬਾਕੀ ਇੰਸਟੀਟਿਊਟਸ ਵਿੱਚ। ਇਹਨਾਂ ਦੀ ਨੌਲੇਜ ਮਤਲਬ ਸਾਨੂੰ ਇਸ ਲੈਵਲ ਲਈ ਤਿਆਰ ਕਰਦੇ ਨੇ ਵੀ ਉੱਥੇ ਜਾ ਕੇ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਜਦੋਂ ਅਸੀਂ ਐਗਜ਼ਾਮ ਦੇਣਾ ਵਾ। ਬੇਟਾ ਕਿੰਨਾ ਕੁ ਟ੍ਰਾਂਸਫਰਮੇਸ਼ਨ ਹੋਈ ਹੈ ਤੁਹਾਡੇ ਵਿੱਚ ਜਦੋਂ ਤੁਸੀਂ ਇੱਥੇ ਲੱਗਣਾ ਸੀਗਾ ਤੇ ਹੁਣ? ਕਿੰਨੀ ਕੁ ਪਰਸਨੈਲਿਟੀ ਡਿਵੈਲਪਮੈਂਟ ਦੀ, ਕਿੰਨੀ ਕੁ ਬੋਡੀ ਲੈਂਗੁਏਜ ਦੀ, ਕਿੱਦਾਂ ਤੁਹਾਨੂੰ ਮਤਲਬ ਲੱਗ ਰਿਹਾ ਹੈਗਾ ਆਪਣੇ ਚੇਂਜ? ਪਹਿਲਾਂ ਤਾਂ ਮੈਨੂੰ ਕੁਝ ਵੀ ਨਹੀਂ ਪਤਾ ਸੀ ਆਇਲਸ ਬਾਰੇ, ਮੀਨਸ ਉਹਦੀ ਕੋਈ ਟ੍ਰਿਕਸ ਐਂਡ ਨੌਲੇਜ ਨਹੀਂ ਸੀਗੀ। ਫਿਰ ਜਦੋਂ ਮੈਮ ਨੇ ਸਾਰੀ ਟ੍ਰਿਕਸ ਵਗੈਰਾ ਦੱਸੀਆਂ ਤਾਂ ਉਹਦੇ ਵਿੱਚ ਬਹੁਤ ਇਨਹਾਂਸਮੈਂਟ ਹੋਈ ਮੇਰੀ ਆਇਲਸ ਦੇ ਵਿੱਚ। ਤੁਹਾਨੂੰ ਲੱਗਦਾ ਜਹਾਜ਼ ਦੇ ਨੇੜੇ ਆ ਗਏ? ਹਾਂਜੀ, ਬਸ ਮਹੀਨਾ ਕੁ ਹੋਰ। ਪਹਿਲਾਂ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਆਇਲਸ ਮੇਰੇ ਲਈ ਇੱਕ ਬਹੁਤ ਵੱਡਾ ਹਊਆ ਸੀਗਾ ਤੇ ਮੈਨੂੰ ਨਹੀਂ ਲੱਗਦਾ ਸੀ ਮੈਂ ਕਦੇ ਆਪਣਾ ਸਕੋਰ ਅਚੀਵ ਕਰ ਸਕੂੰਗਾ, ਪਰ ਜਦੋਂ ਮੈਂ ਅਰੋਰਾ ਇਲੂਮਿਨ ਦੇ ਵਿੱਚ ਐਨਰੋਲ ਕੀਤਾ ਤਾਂ ਮੈਮ ਦੀ ਗਾਈਡੈਂਸ ਨਾਲ
ਮਨੀਸ਼ਾ ਮੈਮ ਗੁਨੀਸ਼ਾ ਮੈਮ ਦੀ ਗਾਈਡੈਂਸ ਨਾਲ ਤੇ ਮਤਲਬ ਕਿ ਮੈਨੂੰ ਬਹੁਤ ਜ਼ਿਆਦਾ ਮਤਲਬ ਕਿ ਇਹ ਚੀਜ਼ ਦੇ ਵਿੱਚ ਮੈਂ ਅੱਗੇ ਵੱਧ ਚੁੱਕਿਆ ਹਾਂ ਵੀ ਜਿਵੇਂ ਅੱਗੇ ਰਾਈਟਿੰਗ ਦੇ ਵਿੱਚ ਮੈਨੂੰ ਇਹ ਹੁੰਦਾ ਸੀ ਵੀ ਮੈਂ ਅੱਗੇ ਸਟੋਰੀ ਫਾਰਮੇਸ਼ਨ ਕਰਦਾ ਹੁੰਦਾ ਸੀਗਾ ਤੇ ਹੁਣ ਮੈਨੂੰ ਲੱਗਦਾ ਵਾ ਵੀ ਮੈਂ ਆਪਣੇ ਸਕੋਰ ਈਜ਼ੀਲੀ ਅਚੀਵ ਕਰ ਲਵਾਂ। ਇਹਨਾਂ ਦਾ ਸਟੱਡੀ ਦਾ ਮੈਥਡ ਹੈਗਾ ਔਰ ਉਹੀ ਚੀਜ਼ਾਂ ਜਿਹੜੀਆਂ ਪੜ੍ਹਦੇ ਤਾਂ ਆਪਾਂ ਵੈਸੇ ਹੀ ਹਾਂ ਲੇਕਿਨ ਇਹ ਉਸ ਇੰਜੋਇਮੈਂਟ ਦੇ ਨਾਲ ਆਪਾਂ ਨੂੰ ਕਰਵਾ ਜਾਂਦੇ ਨੇ ਕਿ ਜਿਹਦੇ ਨਾਲ ਆਪਾਂ ਨੂੰ ਵਧੀਆ ਵੀ ਲੱਗਦਾ ਔਰ ਆਪਾਂ ਨੂੰ ਸਮਝ ਵੀ ਆ ਜਾਂਦੀ ਹੈ। ਹਾਂ ਕਹਿ ਸਕਦੇ ਹਾਂ ਇਹਨਾਂ ਦਾ ਨੇਚਰ ਬਹੁਤ ਅੱਛਾ ਵਾ, ਫਰੈਂਡਲੀ ਵਾ ਸਾਡੇ ਨਾਲ, ਸਾਨੂੰ ਬਹੁਤ ਜਲਦੀ ਸਮਝ ਆਉਂਦਾ ਵਾ। ਲਾਈਕ ਮੈਂ ਬਹੁਤ ਇੰਸਟੀਟਿਊਟ ਪਹੁੰਚਿਆ ਵਾ, ਲਾਈਕ ਉਹਨਾਂ ਕੋਲ ਸਟੱਡੀ ਕੀਤੀ ਹੋਈ ਆ ਬਟ ਇੰਨਾ ਨਾ ਕੰਫਰਟੇਬਲ ਜ਼ੋਨ ਨਹੀਂ ਹੈਗਾ ਉੱਥੇ। ਬਟ ਇੱਥੇ ਆ ਕੇ ਨਾ ਲਾਈਕ ਕਾਫੀ ਚੀਜ਼ਾਂ ਜਿਹੜੀ ਮੇਰੀ ਇੰਪਰੂਵ ਹੋਈ ਆ। ਆਇਲਸ ਮੇਰੀ ਸਪੀਕਿੰਗ ਇਹ 'ਚ ਮੈਂ ਹਮੇਸ਼ਾ ਲੈਕ ਕਰਦਾ ਸੀਗਾ, ਹੁਣ ਮੇਰਾ ਬਹੁਤ ਅੱਛਾ ਵਾ। ਸੁਣਿਆ ਸੀ ਰੋਡੋਲਮ ਕਿ 9 ਬੈਂਡ ਵਾਲੀ ਅਕੈਡਮੀ ਹੈਗੀ ਆ ਔਰ ਟੀਚਰਸ ਪੜ੍ਹਾਉਂਦੇ ਵਧੀਆ ਨੇ ਔਰ ਉਹਦੇ ਨਾਲ ਨਾਲ ਇਹ ਜ਼ੋਨ 'ਚ ਲੈ ਕੇ ਜਾਂਦੇ ਆ, ਉਹੀ ਲੱਗਿਆ? ਯੈਸ ਡੈਫੀਨੇਟਲੀ ਈਵਨ ਮੈਂ ਉਸ ਤੋਂ ਵੀ ਵੱਧ ਹੈ ਕਿਉਂਕਿ ਆਈ ਵਾਸ ਸਟਰਗਲਿੰਗ ਫॉर ਲਾਸਟ 2 years ਟੂ ਗੈਟ ਮਾਈ ਡਿਜ਼ਾਇਰਡ ਬੈਂਡ ਐਂਡ ਈਵਨ ਆਈ ਵੈਂਟ ਟੂ ਮੈਨੀ ਇੰਸਟੀट्यूट in the Ludhiana city but I didn't get any that much quality of education that I attained here. I especially thanks to Ganesha and Manisha man, like they really helped me a lot to overcome my weaknesses, especially with the one-on-one communication that they rendered me. Even now my speaking काफ़ी ज़्यादा वधिया हो गई है। even मेरा next month एग्ज़ाम हैगा so I hopefully कि मेरा सक्सेस हो जाए। बेटा कितना महसूस करते थे पढ़ के? यहाँ पर पढ़ने के बाद जो भी हम मतलब छोटी छोटी डिटेल्स हमें ये बताते हैं कि कैसे एग्ज़ाम देना है या कैसे अटेम्प्ट करना है। इवन हमारे यहाँ पे डेली के बेसिस पे हर एक सेक्शन के ऊपर डिस्कशन होती है और हर वीक हमें 2 बार मॉक टेस्ट भी देते हैं जिसका हमें पता लगता है कि हम कहाँ लैग कर रहे हैं या कहाँ हमें इम्प्रूवमेंट की ज़रूरत है। तो जब मैंने यहाँ से आयल्स करी तो मेरी वो सारी चीज़ें इम्प्रूव हुई। मेरे को हर एक डिटेल्स पता लगी कि इसको कैसे अटेम्प्ट करना है, कैसे अपने फ्रेम करनी है, कैसे स्टोरी बनानी है। इवन मेरी स्पीकिंग बहुत इम्प्रूव हुई है और राइटिंग में जहाँ मैं बहुत लैग करती थी उसमें मैंने बहुत ज़्यादा इम्प्रूवमेंट दी क्योंकि हमारे यहाँ पे हर रोज़ डिस्कशन होती है जिसमें हमें वो आइडियाज़ बताते हैं कि आप क्या लिख सकते हो, क्या नहीं लिख सकते हो, कैसे लिखना है। तो यही इनका प्लस पॉइंट रहता है और ये इतना फ्रेंडली रहता है, बिल्कुल स्ट्रिक्टनेस नहीं रहती कि हम बच्चा कुछ भी पूछने से पहले सोचता नहीं है कि हाँ ये पूछेंगे तो हमें जज ना करे। बहुत ही फ्रेंडली वे में, बहुत ही ईजी वे में वो हमें एक्सप्लेन भी करते हैं चीज़ें, जिसके कारण सिर्फ मेरी नहीं बल्कि टीचर की भी इम्प्रूवमेंट होती है, बच्चे की भी इम्प्रूवमेंट होती है और वो एक ऑरा और यहाँ पे एक पॉजिटिव एनवायरनमेंट है जो एक बहुत अच्छी चीज़ है। I feel great about this institute and Ganesha ma'am and Manisha ma'am, they both not only helped with my English but like every aspect of English, like speaking, reading and writing, and they gave me much more opportunities than I've ever gained somewhere else with like whatever I wish to do with my life and like my dream in writing, and they give amazing opportunities to me. ਦੀ ਗੱਲ ਕੀਤੀ ਹੈ ਕਿ ਮੌਕ ਟੈਸਟ ਤਾਂ ਹਰ ਜਗ੍ਹਾ ਦੇ ਉੱਤੇ ਸੈਟਰਡੇ ਨੂੰ ਜਾਂ ਕਿਸੇ ਦਿਨ ਨੂੰ ਹੁੰਦੇ ਆ ਪਰ ਇੱਥੇ ਕਈ ਵਾਰ ਐਕਸੀਡੈਂਟਲ ਜਿਹੜੇ ਹੈਗੇ ਆ ਕਈ ਵਾਰੀ ਵੈਸੀ ਮੈਡਮ ਦੇ ਮਾਈਂਡ ਚੱਲਦਾ ਕਿ ਮੈਂ ਮੌਕ ਟੈਸਟ ਲਵਾਂ ਔਰ ਉਹ ਮੌਕ ਟੈਸਟ ਵੀ ਲੈ ਲੈਂਦੇ ਨੇ ਜਿਹਦੇ ਨਾਲ ਆਪਾਂ ਨੂੰ ਆਪਣੇ ਓਵਰਲਾਈਨ ਡਿਵੈਲਪਮੈਂਟ ਜਿਹੜੀ ਹੈਗੀ ਉਹਦਾ ਪਤਾ ਲੱਗਦਾ। ਕੀ ਕਹਿਣਾ ਚਾਹੋਗੇ ਕਿ ਇਸ ਇੰਸਟੀਟਿਊਸ਼ਨ ਬਿਲਕੁਲ ਡਿਫਰੈਂਟ ਹੈਗਾ ਬਾਕੀਆਂ ਨਾਲੋਂ? जी एक चीज़ तो पहला कहना चाहूँगा कि एक तो जो भी अपन कंटेंट मिलता है सारा बिल्कुल फ्रैश होता है, होर इंस्टीट्यूट वांगू नहीं भी पिछला बनया हुआ जो भी बनया होंगे वही रेस करके दोबारा दे जाते हैं। और हर बारी रीडिंग या फिर कोई भी सैशन मिलता है जो हर बार फ्रैश मटीरियल होंगे तो मॉक टेस्ट हर हफ्ते जिदा दसिया 2 बारी होंगे हमेशा, तो उसमें बहुत ज़्यादा इंप्रूवमेंट होती बच्चे की, तो भी उन्होंने अपने आप पता लगना पैंदा कि मैं हूँ रेडी हैगा कि नहीं हैगा। उस तो बाद मैडम खुद भी दसते हैं कि तुम इस डेट में या फिर इस डेट में अपना एग्जाम बुक कर सकते हो ताकि अपने बढ़िया स्कोर मिल सके। ਤੁਹਾਨੂੰ ਮਹਿਸੂਸ ਹੋ ਰਿਹਾ ਹੈ? ਮੈਨੂੰ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ। ਮੈਂ ਇੱਥੇ ਕੰਫਰਟੇਬਲ ਮਹਿਸੂਸ ਕਰਦੀ ਹਾਂ ਤੇ ਮੈਨੂੰ ਐਂ ਲੱਗਦਾ ਜਿਵੇਂ ਮੈਂ ਘਰ ਵਿੱਚ ਹੀ ਪੜ੍ਹ ਰਹੀ ਹਾਂ। ਔਰ ਜਿੱਦਾਂ ਤੁਹਾਡੇ ਮਨ ਦੇ ਵਿੱਚ ਪਹਿਲਾਂ ਇੰਗਲਿਸ਼ ਦੇ ਪ੍ਰਤੀ ਸੀਗਾ ਕਿ ਪਤਾ ਨਹੀਂ ਕਿੱਦਾਂ ਹੋਏਗਾ, ਕਿੱਦਾਂ ਮਨੀਸ਼ਾ ਗਨੀਸ਼ਾ ਜਿਹੜੀਆਂ 9 ਬੈਂਡ ਲੈ ਕੇ ਆਈਆਂ ਹੋਈਆਂ ਵੀ ਕਿੱਦਾਂ ਦਾ ਪੜ੍ਹਾਉਣਗੀਆਂ, ਕਿੱਦਾਂ ਅਸੀਂ ਪ੍ਰੈਸ਼ਰ 'ਚ ਤਾਂ ਨਹੀਂ ਆਵਾਂਗੇ, ਉਹ ਸਾਰੀਆਂ ਜਿਹੜੀਆਂ ਸਟੇਜਾਂ ਹੈਗੀਆਂ ਉਹ ਨਿਕਲ ਚੁੱਕੀਆਂ। ਲੱਗ ਰਿਹਾ ਕਿ ਨਹੀਂ ਐਸੀ ਗੱਲ ਨਹੀਂ ਹੈ, ਦੇ ਆਰ ਗੁੱਡ ਹਿਊਮਨ ਬੀਇੰਗਸ। ਹਾਂਜੀ ਬਿਲਕੁਲ, ਮੈਨੂੰ ਇੱਥੇ ਆ ਕੇ ਇੰਨਾ ਕੰਫਰਟੇਬਲ ਲੱਗ ਰਿਹਾ ਵਾ ਕਿ ਮੈਂ ਇੱਥੇ ਮੈਨੂੰ ਲੱਗਦਾ ਕਿ ਮੈਨੂੰ ਇੱਥੇ ਆ ਕੇ ਵਧੀਆ ਸਿੱਖਣ ਨੂੰ ਮਿਲ ਰਿਹਾ ਵਾ। ਔਰ ਕਿਹੜੇ ਕੰਟਰੀ ਜਾਣ ਦਾ ਤੁਹਾਡਾ ਪਲਾਨ ਹੈਗਾ? ਜਿੱਥੇ ਬਾਬਾ ਜੀ ਲੈ ਜਾਣਗੇ, ਹੋਪਸ ਕੈਨੇਡਾ। ਸਭ ਬਹੁਤ ਵਧੀਆ ਲੱਗ ਰਿਹਾ। ਐਕਚੁਅਲੀ 5.5 ਮੇਰੀ ਸਟੇਜ ਸੀ ਜਦ ਮੈਂ ਸਟਾਰਟ ਕੀਤਾ ਸੀ
ਤੇ ਮੈਨੂੰ ਕੁਝ ਵੀ ਨਹੀਂ ਆਉਂਦਾ ਸੀ, ਇੱਕ ਪਰਸਨ ਵੀ ਕੋਈ ਵੀ ਨੌਲੇਜ ਨਹੀਂ ਸੀ ਰੀਡਿੰਗ ਬਾਰੇ। ਬਟ ਸਰ ਮੈਨੂੰ ਗੁਨੀਸ਼ਾ ਮੈਮ ਦੀ ਸੁਪਰਵਿਜ਼ਨ ਨਾਲ, ਮਨੀਸ਼ਾ ਮੈਮ ਦੀ ਸੁਪਰਵਿਜ਼ਨ ਨਾਲ ਉਹਨਾਂ ਨੇ ਬਹੁਤ ਜ਼ਿਆਦਾ ਕੰਫਰਟੇਬਲ ਫੀਲ ਕਰਾਇਆ। तो उन्होंने फील कराया कि ओके संजना यू कैन डू इट एंड आई हैव डन दैट। मतलब स्टेज आ गई मेरी। ਨਾਓ ਯੂ ਆਰ ਫੀਲਿੰਗ ਕਿ ਅੱਠ ਨਾਇਆ ਜਿਹੜਾ ਹੈਗਾ ਲੱਗ ਜੂ। नहीं आई एम नॉट फीलिंग सो मच कॉन्फिडेंट बट यस आई एम दैट स्टेज पे आ गया। मतलब 6 वाला 6.5 वाला लेवल आ गया फिर। मतलब ਪਹਿਲਾਂ ਮੈਨੂੰ ਰੀਡਿੰਗ ਦੇ ਵਿੱਚ ਕਾਫੀ ਪ੍ਰੋਬਲਮ ਆਉਂਦੀ ਹੁੰਦੀ ਸੀਗੀ, ਲੇਕਿਨ ਜਿਵੇਂ ਜਿਵੇਂ ਇਹਨਾਂ ਨੇ ਟਿਪਸ ਐਂਡ ਟ੍ਰਿਕਸ ਰੀਡਿੰਗ ਨੂੰ ਕ੍ਰੈਕ ਕਰਨ ਦੀਆਂ ਦੱਸੀਆਂ, ਉਹਦੇ ਨਾਲ ਹੁਣ ਮੇਰਾ ਇੱਕ ਲੈਵਲ ਬਣ ਚੁੱਕਿਆ ਆ 30 ਅਬਵ ਦਾ। ਤੇ ਮੈਂ ਜਦ ਹੁਣ ਸੋਚ ਰਹੀ ਹਾਂ ਕਿ ਐਗਜ਼ਾਮ ਬੁੱਕ ਕਰਨ ਦੀ। ਬੇਟਾ ਇੰਗਲਿਸ਼ ਦੀ ਕਮੈਂਟਰੀ ਹੋਵੇ, ਫਿਲਮ ਚੈਟਿੰਗ ਹੋਵੇ, ਕੋਈ ਵੀ ਚੀਜ਼ ਹੋਵੇ ਤਾਂ ਹੁਣ ਇੱਕ ਲੈਵਲ ਜਿਹਾ ਵਧੀਆ ਵੀ ਆਟੋਮੈਟਿਕ ਇੰਗਲਿਸ਼ ਆਪਾਂ ਲਿਖਦੇ ਹੈਗੇ ਆ। ਔਰ ਜਦੋਂ ਵੀ ਕੋਈ ਇੰਗਲਿਸ਼ ਦੀ ਚੀਜ਼ ਆਉਂਦੀ ਹੈ ਤਾਂ ਮਜ਼ਾ ਆਉਂਦਾ ਦੇਖਣ ਨੂੰ ਜਾਂ ਸੁਣਨ ਨੂੰ। ਵੈਸੇ ਮੈਂ ਇੱਥੇ ਬਹੁਤ ਜ਼ਿਆਦਾ ਮਤਲਬ ਅੱਛਾ ਫੀਲ ਕਰਦੀ ਹਾਂ ਕਿਉਂਕਿ ਮੈਨੂੰ ਬਹੁਤ ਸਾਰੀ ਚੀਜ਼ਾਂ ਦੀ ਨੌਲੇਜ ਮਿਲੀ, ਸਪੈਸ਼ਲੀ ਜਿਵੇਂ ਕਿ ਸਾਨੂੰ ਇੰਗਲਿਸ਼ ਮੂਵੀਜ਼ ਦਾ ਬਿਲਕੁਲ ਸ਼ੌਕ ਨਹੀਂ ਸੀਗਾ। while I'm performing here, I got to know about so much things about English movies, and we also know about something like vocabs, क्योंकि इत्थे स्पेशली ना मतलब डिफरेंट वोकैब्स करवाइयां जांदियां जो सानूं ईजिली माइंड दे विच आ जांदियां, जेह्ड़े कि बहुत सारे बच्चे की करते हैं कि वोकैब्स दूसरे इंस्टीट्यूट दे विच जल्दी ग्रैब नहीं कर सकते। तो मैम हर डेज एक नवी वोकैब्स इशू मतलब सानूं सिखांदे ने ते वो बहुत ही ईजिली असीं क्रैक कर लैंदे आ। ਵੈਲ ਯੈਸ ਇਟਸ ਡਿਪੈਂਡ ਔਨ ਆਪਾਂ ਮਿਹਨਤ ਜਿੰਨੀ ਕਰਾਂਗੇ ਉਨਾ ਅੱਛਾ ਸਕੋਰ ਹੈ। ਬਟ ਮੈਂ ਇਹ ਨਹੀਂ ਕਹਿ ਸਕਦੀ ਕਿ ਮੈਮ ਦੇ ਅਕੋਰਡਿੰਗ ਜਿੰਨੇ ਮੈਮ ਨੇ ਲਿਖਤੇ ਉਨੇ ਹੀ ਗ੍ਰੈਬ ਕਰਾਂਗੇ। ਸਭ ਦੀ ਆਪਣੀ ਆਪਣੀ ਨੌਲੇਜ ਹੁੰਦੀ ਹੈ, ਆਪਣਾ ਸ਼ਾਰਪ ਮਾਈਂਡ ਹੁੰਦਾ ਹੈ। ਬਟ ਇਫ ਆਈ ਗੈਟ ਚਾਂਸ, ਮੈਂ ਪ੍ਰੈਕਟਿਸ ਕਰ ਰਹੀ ਹਾਂ, ਅਗਰ ਮੇਰੇ ਆ ਸਕਣਗੇ ਤਾਂ ਮੈਂ ਜ਼ਰੂਰ ਟਰਾਈ ਕਰੂੰਗੀ ਕਿ ਮੈਂ ਉਹਨੇ ਅਚੀਵ ਕਰ ਸਕਾਂ। ਵਧੀਆ ਲੱਗ ਰਿਹਾ। ਇੱਥੇ ਕੋਈ ਵੀ ਜਦੋਂ ਕਿਸੇ ਵੀ ਪੋਰਸ਼ਨ 'ਚ ਪ੍ਰੋਬਲਮ ਆਉਂਦੀ ਆ ਮੈਮ ਡਿਸਕਸ ਕਰਦੇ ਆ, ਸਪੈਸ਼ਲ ਉਸ ਚੀਜ਼ 'ਤੇ ਫੋਕਸ ਕਰਦੇ ਆ ਤਾਂ ਜੋ ਸਾਡੀ ਉਹ ਕਮਜ਼ੋਰੀ ਕੋਰਾ ਹੋ ਸਕੇ। ਪੂਰੇ ਸਪੈਸ਼ਲ ਤੁਸੀਂ ਮਾਸ਼ੀਵਾੜੀ ਤੋਂ ਚੱਲ ਕੇ ਇੱਥੇ ਆਉਂਦੇ ਹੋ ਆਪਣੀ ਕੋਚਿੰਗ ਲੈਣ, ਕਿੱਦਾਂ ਦਾ ਮਹਿਸੂਸ ਕਰਦੇ ਹੋ ਇਸ ਇੰਸਟੀਟਿਊਟ? ਹਾਂਜੀ ਬਹੁਤ ਵਧੀਆ, ਮੈਨੂੰ ਬਹੁਤ ਜ਼ਿਆਦਾ ਇੰਪਰੂਵਮੈਂਟ ਆ ਰਹੀ ਹੈ। ਮੈਂ ਜਦੋਂ ਵੀ ਆਉਂਦੀ ਹਾਂ ਜਿੱਦਾਂ ਪਹਿਲਾਂ ਸੀਗਾ ਜਦੋਂ ਤੁਸੀਂ ਲੱਗਣਾ ਸੀਗਾ ਉਦੋਂ ਇੰਗਲਿਸ਼ ਜੀ ਬੜੀ ਹਊਆ ਜਿਹਾ ਲੱਗਦੀ ਸੀਗੀ, ਹੁਣ ਜਦੋਂ ਲੱਗ ਗਏ ਹੋ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਕਰ ਲਈਏ, ਡਰ ਜਿਹਾ ਲੱਗਦਾ ਸੀ ਅੰਗਰੇਜ਼ੀ ਤੋਂ, ਹੁਣ ਹੌਲੀ ਹੌਲੀ ਇਹ ਸਾਰੀ ਚੀਜ਼ਾਂ ਕੱਟ ਗਈਆਂ। ਔਰ ਦੋਨੇ ਭੈਣਾਂ ਨੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਹੈਂਡਲ ਕੀਤਾ ਹਰ ਚੀਜ਼। ਕੀ ਕਹਿਣਾ ਚਾਹੋਗੇ ਕਿ ਅਗਰ ਕਿਸੇ ਨੇ ਆਈਲੈਟਸ ਕਰਨੇ ਆ, ਕਿਸੇ ਨੇ ਵਧੀਆ ਬੈਂਡ ਲਈ ਜਾਣਾ, ਕਿੱਥੇ ਜਾਵੇ? ਮੈਡਮ ਵਿਦਿਆ ਦੇ ਦਾਨ ਦਾ ਉਹ ਬੂਟਾ ਜਿਹੜਾ ਅਰੋੜਾ ਐਲੂਮਨੀ ਨੇ ਲਗਾਇਆ ਹੈ ਔਰ ਸਾਰਾ ਪਰਿਵਾਰ ਜੀ ਚਿੰਟੈਂਗਲ ਹੈਗਾ ਔਰ ਤੁਸੀਂ ਆਪਣੀ ਦੇਖ ਰੇਖ ਦੇ ਵਿੱਚ, ਕਿਉਂਕਿ ਯੰਗ ਬੱਚਿਆਂ ਨੇ ਆਉਣਾ ਹੁੰਦਾ, ਤੁਸੀਂ ਇੱਥੇ ਬੈਠ ਕੇ ਉਹਨਾਂ ਨੂੰ ਜੱਜ ਕਰਦੇ ਹੋ, ਉਹਨਾਂ ਦਾ ਧਿਆਨ ਰੱਖਦੇ ਹੋ ਔਰ ਇੱਕੋ ਫੈਮਿਲੀ ਜਿਹੜੀ ਨਾਲ ਐਜੂਕੇਸ਼ਨਿਸਟ ਵੀ ਹੈ ਔਰ ਨਾਲ ਲੋਕਾਂ ਨੂੰ ਇੱਕ ਵਧੀਆ ਨੈਟਵਰਕ ਦੇ ਰਹੀ ਹੈਗੀ ਆ ਔਰ ਵਧੀਆ ਟੀਚਰਸ। ਕਿਉਂਕਿ ਆਮ ਤੌਰ 'ਤੇ ਆਪਾਂ ਦੇਖਿਆ ਕਿ ਲੋਕ ਬਿਜ਼ਨਸ ਦੇ ਵਿੱਚ 6 ਬੈਂਡ 7 ਬੈਂਡ ਵਾਲੇ ਜਿਹੜੇ ਸਟੂਡੈਂਟਸ ਹੁੰਦੇ ਆ ਉਹਨਾਂ ਨੂੰ ਆਪਣੇ ਟੀਚਰ ਬਣਾ ਲੈਂਦੇ ਹੈਗੇ ਆ, ਪਰ ਇੱਥੇ 9 ਬੈਂਡ ਜਿਹੜਾ ਹੈਗਾ ਇੰਸਟੀਚਿਊਟ ਹੈਗਾ ਔਰ ਇੰਟਰਨੈਸ਼ਨਲ ਸਕੂਲ ਆਫ ਇੰਗਲਿਸ਼ ਲੈਂਗੁਏਜ ਨੇ ਜਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਬੈਂਡ ਦਿਲਾਏ ਨੇ ਉਹ ਧੀਰੇ ਧੀਰੇ ਜਿਹੜਾ ਹੈਗਾ ਕਾਫੀ ਜਿਹੜਾ ਹੈਗਾ ਦਾ ਵਾਸਟ ਹੋ ਰਿਹਾ ਹੈਗਾ। ਕੀ ਕਹਿਣਾ ਚਾਹੋਗੇ? ਕੋਸ਼ਿਸ਼ ਇਹੀ ਹੈ ਜੀ ਬੱਚਿਆਂ ਨੂੰ ਕੁਆਲਿਟੀ ਅੱਛੀ ਦਿੱਤੀ ਜਾਏ, ਉਹਨਾਂ ਨੂੰ ਕੁਆਂਟੀਟੀ ਨਹੀਂ ਸਾਨੂੰ ਲੈਣਾ ਹੁੰਦਾ ਕਿ ਕੁਆਂਟੀਟੀ ਹੈ ਤਾਂ ਕੋਈ ਬੱਚਾ ਹੁੰਦਾ, ਮੇਨ ਕਿ ਕੁਆਲਿਟੀ ਅੱਛੀ ਹੋਣੀ ਚਾਹੀਦੀ ਹੈ ਤਾਂ ਕਿ ਬੱਚੇ ਅੱਗੋਂ ਦੀ ਕੁਝ ਜ਼ਿਆਦਾ ਅੱਛੀ ਤਰ੍ਹਾਂ ਕਰ ਸਕਣ। तो इसीलिए बहुत जरिए मेरी डॉटर का दौर में तो ट्राई कर रहे हैं कि हमेशा वो पूरा अच्छी तरह केयर करें बच्चों की। और ਤੁਸੀਂ ਉਹਨਾਂ ਦੇ ਮੋਟੀਵੇਟਰ ਹੋ ਔਰ ਉਹਨਾਂ ਦੀ એનર્ਜੀ ਹੋ ਤੁਸੀਂ ਔਰ ਉਸ ਜਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਹੋ ਔਰ ਸਟੂਡੈਂਟਸ ਨੂੰ, ਕਿਉਂਕਿ ਤੁਸੀਂ ਕਾਉਂਸਲਰ ਹੋ, ਕਾਉਂਸਲਿੰਗ ਕਰਦੇ ਹੋ ਬੱਚਿਆਂ ਨੂੰ। ਜਦੋਂ ਬੱਚੇ ਆਉਂਦੇ ਆ ਜਿਨ੍ਹਾਂ ਬੱਚਿਆਂ ਦਾ ਲੈਵਲ ਘੱਟ ਹੁੰਦਾ ਉਹਨਾਂ ਨੂੰ ਵੀ ਤੁਸੀਂ ਕਾਉਂਸਲ ਕਰਕੇ ਉਹਨਾਂ ਨੂੰ ਹੌਸਲਾ ਦੇ ਕੇ ਦੇਖੋ ਵੀ ਮੇਰੀਆਂ ਦੋਨੇ ਬੇਟੀਆਂ ਨੇ 9 ਬੈਂਡ ਲਿੱਤੇ ਆ, ਤੁਸੀਂ ਵੀ ਲੈ ਸਕਦੇ ਹੋ ਔਰ ਉਹਨਾਂ ਦੇ ਵਿੱਚ ਇੱਕ ਸਪਿਰਿਟ ਪੈਦਾ ਕਰ ਦਿਓ। कोशिश यही होती है जी कि बच्चों को मोटिवेट किया जाए जितना ज़्यादा हो सके कि अपने बच्चे अपने सिर पर स्टैंड कर सकें, चाहे वो लड़कियाँ चाहे लड़के। धन्यवाद। मैडम अरोड़ा एलुमिन जो कि एक छोटा सा पौधा आप लोगों ने सींचा था और आज एक शानदार पेड़ का रूप धारण करके आपका केवल इंडिया में ही अरोड़ा एलुमिन नहीं है बल्कि हम लोग कहें अगर कनाडा में बात करें, यूएस में बात करें, यूके में बात करें तो हर जगह पर आपके स्टूडेंट्स जाकर अपने अपने मुकाम पर पहुंच चुके हैं और सेवाएं अपनी कर रहे हैं। क्या कहना चाहेंगे कि कैसे आपने ये आइडिया लिया और कैसे आप लोग आज एक ब्रांड बन चुके हो?
आइडिया का तो ऐसा है जी, इट्स लाइक वी आर फ्रॉम एन एजुकेशनल बैकग्राउंड ओनली, सारी फैमिली मोर और लेस टीचिंग में रही है. But then when I started teaching back in 2009 and even my sister started, into teaching IELTS thing only. So we were in various actually other institutes. We tried, we were working there as employees. But everywhere we were seeing that students were not receiving what they should receive. Their time was being wasted or somewhere they were being misguided. Especially जो students थोड़े village sides आते, they were being misguided a lot. So that time we actually decided कि मतलब that's enough maybe and we should start something of our own. And especially like when we discussed this with our mom as well, उन्होंने हमें guide किया कि staying over here, if we can guide people well and especially in the education background which is such a noble profession, अगर वहाँ पे रह के हम students को सही guide कर सकते हैं, किसी का भला कर सकते हैं we can say, और किसी का future बना सकते हैं, तो उससे better कुछ नहीं है. And that is the reason we started over here. And now if I see all of our students are like our family only. ऐसा कोई भी एक student नहीं होगा जिन्होंने आके कभी कुछ कंप्लेन किया हो या जिन्होंने आके कभी कुछ ऐसा बोला हो कि मैम हमें ये प्रॉब्लम है. रादर यहाँ पे जितने भी स्टूडेंट्स आते हैं वो कहीं ना कहीं से सारे रेफरेंस बेसिस पे, ऐसा नहीं है कि आई हैव लॉट ऑफ एडवर्टीजमेंट्स और समथिंग. जितने स्टूडेंट्स ऑल ओवर कनाडा तक सब रेफरेंस बेसिस पे आए हैं एंड उनका एक ही वर्डिंग होती है कि हमने तो यही सुना है कि मैम आप लोग जो करवाते हो बेस्ट करवाते हो, आपका फर्स्ट अटैम्प्ट में रिजल्ट आता है, हमें जितने बैंड्स चाहिए होते हैं उससे ज़्यादा ही सबका स्कोर आता है. एंड दैट इज़ व्हाट इज़ गिविंग अस मोटिवेशन और उसी मोटिवेशन से हम आगे चलते जा रहे हैं, आज यहाँ पर पहुँच गए हैं. मैडम, कोरोना के एपिडेमिक में जैसे कि 2 बार कोरोना का बहुत ही भयंकर एपिडेमिक आया और काफ़ी जो है स्टूडेंट्स की स्टडी का लॉस हुआ, लेकिन आप लोग ऑनलाइन से पहले ही मुताबिक थे, आपको मालूम था कि ऑनलाइन कैसे करना है और आपने ऑनलाइन में भी जान डाल दी कि ऑनलाइन को भी आपने एक ऐसा प्लेटफॉर्म बना लिया कि जिसके साथ आपके साथ और भी स्टूडेंट बहुत ज़्यादा जुड़ गए, क्योंकि ऑनलाइन में लोगों ने थोड़ा सा जो बैक फुट पर आ गए थे, लेकिन आपने तब भी फ्रंट फुट पर आकर खेले. So that's actually true. Everybody was considering कि कोरोना का पीरियड एक सेटबैक पीरियड था. नो डाउट इट वाज अ सेटबैक, स्पेशली इन अ मार्केट लाइक पंजाब, क्योंकि दिल्ली मुंबई साइड स्टूडेंट्स स्टिल अंडरस्टैंड द वैल्यू ऑफ ऑनलाइन एजुकेशन. इवन कनाडा, यहाँ पे एक प्रॉब्लम सबसे ज़्यादा यही था कि स्टूडेंट्स को अगेन वो एक प्लेटफॉर्म नहीं करेक्ट मिल रहा था ऑनलाइन का भी कि जहाँ पे उनको पर्सनल अटेंशन मिल सके. सो ड्यूरिंग कोरोना पीरियड ऑल्सो आई वुड से टच वुड वी वर थ्राइविंग एंड अगेन वी हैड स्टूडेंट्स, वी मेड देम अंडरस्टैंड एंड वी गिव सो मच ऑफ डेमोज एंड with our thorough counseling we made students understand of पंजाब कि ऑनलाइन एजुकेशन ऐसा नहीं है कि उसमें कुछ समझ नहीं आता. ऑनलाइन एंड ऑफलाइन एजुकेशन में एक्चुअली कोई डिफरेंस नहीं है अगर आपको प्रॉपर अंडरस्टैंडिंग मिल रही है, प्रॉपर गाइडेंस मिल रही है एंड अगर आपका मेंटोर बिल्कुल सही है. सो दिस इज़ व्हाट वी मेंटेन्ड. अगेन यहाँ पे अगर हमने ऑनलाइन क्लासेस भी कंडक्ट किए हैं, सो दोज क्लासेस वर अगेन 1-to-1 स्टूडेंट्स या मैक्सिमम 1-to-2 स्टूडेंट्स, जिनसे अगेन आई वुड से कि स्टूडेंट्स का ये जो मिसकंसेप्शन था कि ऑनलाइन की एजुकेशन कुछ समझ नहीं आता है, वो भी दूर हो गया एंड अगेन दे स्कोर्ड रियली वेरी वेल. थैंक यू. Manisha ji, as your whole family is entangled in this Aurora Alumni and you are working from now 4 years, what do you say? I think we've been grateful. We've received great results. They say that if you get great results, you have to work hard as well, and we've done that. We work hard 24/7 to provide our students the best quality teaching that we can, and we have unique teaching methodology. Personal attention is given to each and every student. So yeah, I think our hard work has paid off, and we reach to a certain level that we can claim that yes, if you come to us, if you come to Aurora Alumni, you will always achieve your desired results. And as far as body language is concerned, personality development is concerned, you make all overall change of student. Right, we do that. We have separate programs as well for personality development, spoken English, IELTS, PT, TOEFL, everything separate as well. But at the same time, if the student is coming to us, we also develop their personality during their IELTS, during their PT sessions as well, so that they can reflect the same in their speaking sessions or in their listening sessions as well, which is also imperative when taking the exams. And what do you think, as you are honors on this platform? That's why the results are coming so fast. I think so, yes, because what I've seen in the market is that
you know, the teachers who are not related to the organization, they are teaching the students. I mean, there is some sort of inclination that yes, it is our responsibility, that we need our students to achieve the best results, and that is why we don't let anybody else take the classes. Also, we handle everything with full responsibility ourselves, and whatever, if we have other teachers also, they are also 9-band trainers as well. So this is what, if we maintain the quality, we will receive the quality as well. Then that is what we believe in. This is why we are the ones who are organizers of the classes also, and as well as the owners as well. ਮੈਡਮ ਕੀ ਸੋਚਦੇ ਹੋ ਕਿ ਇੱਕ ਪਾਸੇ ਵਿਦਿਆ ਦਾ ਦਾਨ ਔਰ ਇੱਕ ਪਾਸੇ ਅੱਜ ਕਮਰਸ਼ੀਅਲਾਈਜੇਸ਼ਨ, ਇਹ ਚੀਜ਼ਾਂ ਤੋਂ ਤੁਸੀਂ ਦੂਰ ਸੀਗੀਆਂ, ਭੈਣਾਂ ਮਿਹਨਤ ਕੀਤੀ ਬਹੁਤ ਜ਼ਿਆਦਾ, ਇੱਥੇ ਮਦਰ ਨੇ ਤੁਹਾਡੀ ਨੇ ਮੋਟੀਵੇਟ ਕੀਤਾ, ਔਰ ਉਹ ਮੋਟੀਵੇਸ਼ਨ ਤੇ ਮਿਹਨਤ ਦੇ ਨਾਲ ਅੱਜ ਤੁਸੀਂ ਇੱਕ ਬ੍ਰਾਂਡ ਬਣ ਚੁੱਕੇ ਹੋ। ਔਰ ਜਦੋਂ ਬੰਦਾ ਅਰੋੜਾ ਐਲੂਮਨ ਦੀ ਗੱਲ ਕਰਦਾ ਤੇ ਇੰਟਰਨੈਸ਼ਨਲ ਸਕੂਲ ਆਫ ਇੰਗਲਿਸ਼ ਲੈਂਗੁਏਜ ਦੀ ਗੱਲ ਕਰਦਾ ਤਾਂ ਉਹ ਕਹਿੰਦੇ ਨਹੀਂ, ਵਾਕਿਆ 'ਚ ਹੀ ਉੱਤੇ ਹੈ, ਜਾਨ ਹੈ। ਸਟੂਡੈਂਟ ਜਿਹੜੇ ਆਉਂਦੇ ਨੇ ਡੈਮੋ ਲੈਂਦੇ ਨੇ, ਡੈਮੋ ਲੈਣ ਵਾਲੇ ਤਕਰੀਬਨ ਸਾਰੇ ਸਟੂਡੈਂਟ ਹੀ ਜਿਹੜੇ ਡੈਮੋ ਲੈਂਦੇ ਨੇ ਉਹ ਤੁਹਾਡੇ ਕੋਲੇ ਸਟੂਡੈਂਟਸ ਕਨਵਰਟ ਹੋ ਜਾਂਦੇ ਨੇ। ਬਿਲਕੁਲ, ਵੀ ਹੈਵ 100% ਕਨਵਰਜਨ ਰਿਜ਼ਲਟ। ਅਸੀਂ ਚਾਹੇ ਕਾਉਂਸਲਿੰਗ ਹੋਏ, ਚਾਹੇ ਕਲਾਸਿਸ ਹੋਣ, ਚਾਹੇ ਯੂ ਨੋ ਡੀਲਿੰਗ ਵਿਦ ਦ ਸਟੂਡੈਂਟਸ, ਉਹਨਾਂ ਦੇ ਡਾਊਟਸ ਕਲੈਰੀਫਾਈ ਕਰਨੇ ਨੇ, ਵੀ ਡੋਂਟ ਲੀਵ ਐਨੀ ਸਟੋਨ ਅਨਟਰਨ। ਅਸੀਂ ਸਾਰੇ ਆਲ ਦ ਟਾਈਮ ਅਸੀਂ ਯੂ ਨੋ ਸਟੂਡੈਂਟਸ ਨੂੰ ਗਾਈਡ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਤੇ ਇਸੀ ਮਿਹਨਤ ਕਰਕੇ ਸਾਡੇ ਮਦਰ ਦੀ ਮੋਟੀਵੇਸ਼ਨ ਕਰਕੇ, ਉਹਨਾਂ ਦੀ ਐਥਿਕਸ ਹੈ ਜੋ ਅਸੀਂ ਅਸੀਂ ਕੰਮ ਕਰ ਪਾ ਰਹੇ ਹਾਂ, ਉਹਨਾਂ ਦਾ ਹੀ ਸਪੋਰਟ ਹੈ ਜਿੰਨਾ ਅਸੀਂ ਇਹਨਾਂ ਕੰਮ ਕਰ ਪਾ ਰਹੇ ਤੇ ਅੱਗੇ ਵੱਧ ਪਾ ਰਹੇ ਹਾਂ। ਤੇ ਹੋਪਫੁਲੀ ਅੱਗੇ ਤੇ ਅੱਗੇ ਹੋਰ ਅਸੀਂ ਆਰਗੇਨਾਈਜ਼ ਕਰਾਂਗੇ ਇਹ ਸਭ ਚੀਜ਼ਾਂ, ਤੇ ਬ੍ਰਾਂਚਸ ਵੀ ਹੋਰ ਓਪਨ ਕਰਾਂਗੇ, ਤੇ ਹੋਰ ਸਟੂਡੈਂਟਸ ਆਉਣਗੇ। ਕਨਵਰਜਨ ਯੈਸ, ਸਾਡੇ ਕੋਲ 100% ਕਨਵਰਜਨ ਹੁੰਦਾ ਤੇ 100% ਸੈਟਿਸਫੈਕਸ਼ਨ ਵੀ ਹੈਗਾ ਸਟੂਡੈਂਟਸ ਦਾ।